प्यारे विद्यार्थियों, सत श्री अकाल। मैं जतिंदर कुमार गखड़, कंप्यूटर अध्यापक सरकारी हाई स्कूल सोढ़ी नगर फिरोजपुर तो तुहाडा अज दे लैक्चर दे विच स्वागत करदा हां। ये अपना MS एक्सेल भाग 1 दा चौथा लैक्चर है। आओ देखिए इस लैक्चर दे विच आपां किहड़े टॉपिक डिस्कस करने ने। इस लैक्चर दे विच असीं सब तो पहले डिस्कस करांगे कुछ इनबिल्ट फंक्शन जो कि सिर्फ ਅਸੀਂ ਇਹਨਾਂ ਦੇ ਨਾਮ ਪੜਾਂਗੇ ਤੇ ਥੋੜੇ ਇਹਨਾਂ ਦੇ ਫੰਕਸ਼ਨ ਪੜਾਂਗੇ ਕਿ ਕੀ ਕੰਮ ਕਰਦੇ ਨੇ, ਲੇਕਿਨ ਇਹਨਾਂ ਦਾ ਪ੍ਰੈਕਟੀਕਲ ਆਪਣੇ ਸਿਲੇਬਸ ਦੇ ਵਿੱਚ ਨਹੀਂ ਹੈ, ਇਸ ਲਈ ਸਿਰਫ ਇਹਨਾਂ ਨੂੰ ਆਪਾਂ ਗੋ ਥਰੂ ਹੀ ਕਰਾਂਗੇ। ਇਸ ਤੋਂ ਬਾਅਦ ਕੁਝ ਲਾਇਬ੍ਰੇਰੀ ਫੰਕਸ਼ਨ ਵਰਤ ਕੇ ਦੇਖਾਂਗੇ ਕਿ ਲਾਇਬ੍ਰੇਰੀ ਫੰਕਸ਼ਨ ਕੀ ਹੁੰਦੇ ਨੇ, ਇਹਨਾਂ ਨੂੰ ਵਰਤਣਾ ਕਿਵੇਂ ਹੈ। ਇਸ ਤੋਂ ਬਾਅਦ ਸੋਰਟਿੰਗ ਕਮਾਂਡ ਅਤੇ ਫਿਲਟਰ ਦੇਖਾਂਗੇ ਆਪਾਂ ਕਿ ਸੋਰਟਿੰਗ ਕੀ ਹੁੰਦੀ ਹੈ, ਇਸ ਨੂੰ ਕਿਵੇਂ ਵਰਤਣਾ ਹੈ, ਫਿਲਟਰ ਕੀ ਹੁੰਦੇ ਆ, ਫਿਲਟਰ ਅਸੀਂ ਐਕਸਲ ਦੀ ਸ਼ੀਟ ਵਿੱਚ ਕਿਵੇਂ ਲਗਾਣੇ ਹੈ, ਇਹ ਸਭ ਕੁਝ ਅਸੀਂ ਇਸ ਲੈਕਚਰ ਦੇ ਵਿੱਚ ਦੇਖਾਂਗੇ। ਲਾਸਟ ਆਪਣੇ ਕੋਲ ਬੇਟਾ ਹੋਏਗਾ ਫਾਈਂਡ ਐਂਡ ਰਿਪਲੇਸ, ਕਿ ਤੁਸੀਂ ਐਕਸਲ ਦੇ ਵਿੱਚ ਕੋਈ ਜਾਣਕਾਰੀ ਲੱਭਣੀ ਹੈ, ਕੁਝ ਡਾਟਾ ਲੱਭਣਾ ਹੈ ਤੇ ਉਸ ਨੂੰ ਲੱਭ ਕੇ ਕਿਸੇ ਨਵੇਂ ਡਾਟੇ ਨਾਲ ਰਿਪਲੇਸ ਕਰਨਾ ਚਾਹੁੰਦੇ ਹੋ ਤਾਂ ਇਹ ਆਪਣੇ ਕੋਲ ਆਪਸ਼ਨਸ ਦੋ ਬਹੁਤ ਫਾਇਦੇਮੰਦ ਰਹਿੰਦੀਆਂ ਨੇ, ਫਾਈਂਡ ਅਤੇ ਰਿਪਲੇਸ। ਇਸ ਤੋਂ ਬਾਅਦ ਚੈਪਟਰ ਦੇ ਅਖੀਰ ਦੇ ਵਿੱਚ ਅਸੀਂ ਇੱਕ ਅਭਿਆਸ ਦਾ ਸੈਸ਼ਨ ਵੀ ਛੋਟਾ ਜਿਹਾ ਰੱਖਿਆ ਹੈ ਜਿੰਦੇ ਵਿੱਚ ਖਾਲੀ ਥਾਵਾਂ ਅਤੇ ਸਹੀ ਗਲਤ ਵੀ ਆਪਾਂ ਨਾਲ ਡਿਸਕਸ ਕਰਾਂਗੇ। ਆਓ ਚੱਲਦੇ ਹਾਂ ਆਪਣੇ ਪਹਿਲੇ ਟੌਪਿਕ ਤੇ। ਇਨबिल्ट ਫੰਕਸ਼ਨਸ। ਬੇਟਾ ਪਹਿਲਾ ਆਪਣੇ ਕੋਲ ਕੁਝ ਟੈਕਸਟ ਫੰਕਸ਼ਨ ਨੇ, ਯਾਨੀ ਕਿ ਇਹ ਫੰਕਸ਼ਨ ਆਪਣੇ ਟੈਕਸਟ ਡਾਟੇ ਉੱਤੇ ਕੰਮ ਕਰਦੇ ਨੇ। ਟੈਕਸਟ ਡਾਟਾ ਕਿਵੇਂ ਹੁੰਦਾ ਹੈ ਕਿ ਜਿਵੇਂ ਆਪਾਂ ਕੁਝ ਟਾਈਪ ਕੀਤਾ ਹੋਇਆ ਅਲਫਾਬੈਟ ਵਿੱਚ ਕੁਝ ਟਾਈਪ ਕੀਤਾ ਹੋਇਆ ਡਾਟਾ ਹੈ, ਅੱਖਰਾਂ ਦੇ ਵਿੱਚ ਜਾਂ ਨੰਬਰ ਤੇ ਅੱਖਰ ਮਿਕਸ ਕਰਕੇ ਕੋਈ ਡਾਟਾ ਟਾਈਪ ਕੀਤਾ ਹੋਇਆ ਹੈ, ਇਹ ਫੰਕਸ਼ਨ ਉਹਨਾਂ ਤੇ ਕੰਮ ਕਰਦੇ ਹੈ। ਪਹਿਲਾ ਫੰਕਸ਼ਨ ਹੈ ਕਲੀਨ। ਇਹ ਬੇਟਾ ਇਨਪੁਟ ਕੀਤੇ ਹੋਏ ਟੈਕਸਟ ਸਟ੍ਰਿੰਗ ਵਿੱਚੋਂ, ਯਾਨੀ ਕਿ ਜੋ ਤੁਸੀਂ ਟੈਕਸਟ ਇਨਪੁਟ ਕੀਤਾ ਹੋਇਆ ਹੈ ਉਹਦੇ ਵਿੱਚੋਂ ਨਾ ਪ੍ਰਿੰਟ ਹੋਣ ਵਾਲੇ ਕਰੈਕਟਰਸ ਨੂੰ ਕੀ ਕਰਦਾ ਹੈ, ਹਟਾ ਦਿੰਦਾ ਹੈ। ਦੂਸਰਾ ਫੰਕਸ਼ਨ ਬੇਟਾ ਆਪਣੇ ਕੋਲ ਕੀ ਹੈ, ਟ੍ਰਿਮ। ਇਹ ਫੰਕਸ਼ਨ ਕਿਸੇ ਟੈਕਸਟ ਸਟ੍ਰਿੰਗ ਦੇ ਸ਼ੁਰੂਆਤ ਅਤੇ ਅੰਤ ਵਿੱਚ ਦਾਖਲ ਖਾਲੀ ਥਾਂ ਨੂੰ ਹਟਾ ਦਿੰਦਾ ਹੈ। ਖਾਲੀ ਥਾਂ ਯਾਨੀ ਕਿ ਵਾਈਟ ਸਪੇਸਿਸ, ਜਿਵੇਂ ਆਪਾਂ ਸਪੇਸ ਕਈ ਵਾਰ ਜ਼ਿਆਦਾ ਪਾ ਦਿੰਦੇ ਆ ਤਾਂ ਇਹ ਫੰਕਸ਼ਨ ਉਹ ਸਾਰੀਆਂ ਸਪੇਸਿਸ ਹੋ, ਲੇਕਿਨ ਧਿਆਨ ਰੱਖਣਾ ਬੇਟਾ ਸਿਰਫ ਸ਼ੁਰੂਆਤ ਤੇ ਅੰਤ ਵਿੱਚ ਵਿਚਕਾਰਲੀਆਂ ਸਪੇਸਿਸ ਨੂੰ ਇਹ ਡਿਲੀਟ ਨਹੀਂ ਕਰਦਾ, ਇਹਨਾਂ ਨੂੰ ਖਤਮ ਨਹੀਂ ਕਰਦਾ, ਉਹਨਾਂ ਨੂੰ ਹਟਾਉਂਦਾ ਨਹੀਂ ਹੈ। ਕਨਕੈਟੀਨੇਟ। ਇਹ ਫੰਕਸ਼ਨ ਬੇਟਾ ਦੋ ਜਾਂ ਦੋ ਤੋਂ ਜ਼ਿਆਦਾ ਟੈਕਸਟ ਸਟ੍ਰਿੰਗ ਨੂੰ ਜੋੜਨ ਲਈ ਵਰਤਿਆ ਜਾਂਦਾ ਹੈ। ਜੋੜਨ ਦਾ ਮਤਲਬ ਇੱਥੇ ਜਮਾ ਕਰਨਾ ਨਹੀਂ ਹੈ, ਇਹਦੇ ਵਿੱਚ ਜੋੜਨ ਦਾ ਮਤਲਬ ਹੈ ਕਿ ਦੋ ਟੈਕਸਟ ਸਟ੍ਰਿੰਗ ਨੂੰ ਇਕੱਠਾ ਕਰਨਾ। ਜਿਵੇਂ ਕਿ ਆਪਣੇ ਕੋਲ ਮੰਨ ਲਓ ਫਰਸਟ ਨੇਮ ਇੱਕ ਕਾਲਮ 'ਚ ਲਿਖਿਆ ਹੋਇਆ ਹੈ, ਲਾਸਟ ਨੇਮ ਦੂਸਰੇ ਕਾਲਮ 'ਚ ਲਿਖਿਆ ਹੋਇਆ ਹੈ ਤੇ ਤੀਸਰੇ ਕਾਲਮ ਵਿੱਚ ਅਸੀਂ ਚਾਹੁੰਦੇ ਹਾਂ ਕਿ ਫਰਸਟ ਨੇਮ ਤੇ ਲਾਸਟ ਨੇਮ ਇਕੱਠਾ ਹੋ ਕੇ ਆਪਾਂ ਨੂੰ ਸ਼ੋ ਹੋਵੇ, ਤੇ ਇਹਦੇ ਕੰਮ ਨੂੰ ਕੰਪਲੀਟ ਕਰਨ ਲਈ ਅਸੀਂ ਕਨਕੈਟੀਨੇਟ ਫੰਕਸ਼ਨ ਦੀ ਵਰਤੋਂ ਕਰ ਸਕਦੇ ਹਾਂ। ਲੈਫਟ। ਕਿਸੇ ਸਟ੍ਰਿੰਗ ਦੇ ਵਿੱਚੋਂ ਕਿਸੇ ਵੀ ਟੈਕਸਟ ਸਟ੍ਰਿੰਗ ਦੇ ਸ਼ੁਰੂਆਤ ਤੋਂ ਲੈ ਕੇ ਜਿੰਨੇ ਅਸੀਂ ਇਸ ਫੰਕਸ਼ਨ ਵਿੱਚ ਕਰੈਕਟਰ ਐਂਟਰ ਕਰਾਂਗੇ, ਜਿੰਨੇ ਨੰਬਰ ਆਪਾਂ ਐਂਟਰ ਕਰਾਂਗੇ, ਇਹ ਆਪਾਂ ਨੂੰ ਸਿਰਫ ਉਨੇ ਹੀ ਅੱਖਰ ਰਿਟਰਨ ਕਰਕੇ ਦੇਗਾ, ਉਨੇ ਹੀ ਅੱਖਰ ਆਪਣੇ ਸੈੱਲ ਦੇ ਵਿੱਚ ਆਪਾਂ ਨੂੰ ਵਾਪਸ ਕਰੇਗਾ। ਯਾਨੀ ਕਿ ਮੰਨ ਲਓ ਇੱਕ ਸੈੱਲ ਦੇ ਵਿੱਚ ਤੁਸੀਂ 50 ਅੱਖਰਾਂ ਦੀ ਇੱਕ ਸਟ੍ਰਿੰਗ ਲਿਖੀ ਹੋਈ ਹੈ ਤੇ ਲੈਫਟ ਦੇ ਵਿੱਚ ਮੈਂ ਕੀ ਪਾਇਆ ਹੈ, ਉਸ ਸਟ੍ਰਿੰਗ ਨੂੰ ਪਾਸ ਕਰਾਂਗਾ ਤੇ ਕੋਮੇ ਦੇ ਨਾਲ ਮੰਨ ਲਓ ਮੈਂ ਸਿਰਫ ਪਹਿਲੇ 5 ਅੱਖਰ ਚਾਹਨਾ ਵਾਂ ਤੇ ਮੈਂ ਨਾਲ 5 ਐਂਟਰ ਕਰ ਦਵਾਂਗਾ ਤੇ ਇਹ ਫੰਕਸ਼ਨ ਕੀ ਕਰੇਗਾ, ਸਟਾਰਟ ਤੋਂ ਲੈ ਕੇ ਯਾਨੀ ਖੱਬੇ ਹੱਥ ਤੋਂ ਲੈ ਕੇ 5 ਅੱਖਰਾਂ ਦੀ ਸਟ੍ਰਿੰਗ ਮੈਨੂੰ ਵਾਪਸ ਮੇਰੇ ਸੈੱਲ ਦੇ ਵਿੱਚ ਰਿਟਰਨ ਕਰੇਗਾ। ਦੂਸਰਾ ਬੇਟਾ ਮਿਡ। ਇਹ ਫੰਕਸ਼ਨ ਦੇ ਵਿੱਚ ਬੇਟਾ ਅਸੀਂ ਕੀ ਕਰਦੇ ਹਾਂ, ਇੱਥੇ ਵਿਚਕਾਰ ਲਿਖਿਆ ਵੈਸੇ ਵਿਚਕਾਰ ਤੋਂ ਨਹੀਂ ਕਰਦਾ, ਇਹ ਆਪਣੇ ਕੋਲ 3 ਆਰਗੂਮੈਂਟ ਆਪਾਂ ਦੇਖਿਆ ਪਿੱਛੇ ਲੈਕਚਰ ਵਿੱਚ ਪੜਿਆ ਸੀ, ਆਰਗੂਮੈਂਟ ਕੀ ਹੁੰਦੇ ਨੇ। 3 ਆਰਗੂਮੈਂਟ ਇਸ ਫੰਕਸ਼ਨ ਦੇ ਵਿੱਚ ਪਾਸ ਹੁੰਦੇ ਨੇ। ਇੱਕ ਤਾਂ ਟੈਕਸਟ ਸਟ੍ਰਿੰਗ ਜਿੰਦੇ ਚੋਂ ਅਸੀਂ ਸਟ੍ਰਿੰਗ ਨੂੰ ਵਾਪਸ ਕਰਨਾ ਹੈ, ਦੂਸਰਾ ਆਰਗੂਮੈਂਟ ਕਿਹੜੇ ਅੱਖਰ ਤੋਂ ਸਟਾਰਟ ਕਰਨਾ ਹੈ ਤੇ ਤੀਸਰਾ ਕਿੰਨੇ ਅੱਖਰ ਆਪਾਂ ਨੂੰ ਵਾਪਸ ਚਾਹੀਦੇ ਨੇ। ਮੰਨ ਲਓ ਇੱਕ ਸਟ੍ਰਿੰਗ ਹੈ ਜੋ ਕਿ 50 ਅੰਕਾਂ ਦੀ ਸਟ੍ਰਿੰਗ ਹੈ, ਅਸੀਂ 10ਵੇਂ ਅੱਖਰ ਤੋਂ ਲੈ ਕੇ ਅਗਲੇ 5 ਅੱਖਰਾਂ ਨੂੰ ਰਿਟਰਨ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਇਸ ਫੰਕਸ਼ਨ ਦੀ ਬੜੀ ਵਧੀਆ ਵਰਤੋਂ ਕਰ ਸਕਦੇ ਹਾਂ। ਇਸ ਤੋਂ ਬਾਅਦ ਰਾਈਟ ਫੰਕਸ਼ਨ ਹੈ। ਇਹ ਫੰਕਸ਼ਨ ਦਾਖਲ ਕੀਤੇ ਟੈਕਸਟ ਸਟ੍ਰਿੰਗ ਦੇ ਅੱਖਰ ਤੋਂ ਸੱਜੇ ਪਾਸੇ ਤੋਂ ਅਸੀਂ ਜਿੰਨੇ ਅੱਖਰ ਚੱਕਣਾ ਚਾਹੁੰਦੇ ਹਾਂ ਆਪਦੇ ਟੈਕਸਟ ਦੇ ਵਿੱਚ ਰਿਟਰਨ ਕਰਨਾ ਚਾਹੁੰਦੇ ਹਾਂ, ਆਪਾਂ ਨੂੰ ਸੱਜੇ ਹੱਥ ਤੋਂ ਉਨੇ ਅੱਖਰ ਆਪਾਂ ਨੂੰ ਰਿਟਰਨ ਕਰਦਾ ਹੈ। आओ चलते हैं अगले फंक्शन वाल। लॉजिकल फंक्शन बेटा बहुत ही इंपॉर्टेंट फंक्शन है इफ, जो कि एक्सेल ਦੇ ਵਿੱਚ बहुत ज्यादा ਵਰਤਿਆ ਜਾਂਦਾ ਹੈ। ਇਹ ਕਿਸੇ ਕੰਡੀਸ਼ਨ ਦੇ ਆਧਾਰ ਤੇ ਆਪਾਂ ਨੂੰ
ਜੇ ਤਾਂ ਕੰਡੀਸ਼ਨ ਟਰੂ ਹੈਗੀ ਹੈ ਤਾਂ ਉਸ ਦੇ ਅਕੋਰਡਿੰਗ ਅਲੱਗ ਵੈਲਿਊ ਰਿਟਰਨ ਕਰਦਾ ਹੈ। ਜੇ ਕੰਡੀਸ਼ਨ ਫਾਲਸ ਹੈਗੀ ਹੈ ਯਾਨੀ ਕੰਡੀਸ਼ਨ ਸਹੀ ਨਹੀਂ ਹੈਗੀ ਹੈ ਤੇ ਉਸ ਦੇ ਅਕੋਰਡਿੰਗ ਆਪਾਂ ਨੂੰ ਫਾਲਸ ਵਾਲੀ ਕੰਡੀਸ਼ਨ ਦੇ ਹਿਸਾਬ ਨਾਲ ਵੈਲਿਊ ਰਿਟਰਨ ਕਰਦਾ ਹੈ। ਇੱਕ ਛੋਟੀ ਜਿਹੀ ਉਦਾਹਰਨ ਦਿੰਦਾ ਬੇਟਾ, ਜਿਵੇਂ ਮੰਨ ਲਓ ਕਿ ਬੱਚਿਆਂ ਦੇ ਅੰਕ 33 ਤੋਂ ਉੱਪਰ ਨੇ ਤਾਂ ਬੱਚਾ ਪਾਸ ਹੈ, ਜੇ 33 ਤੋਂ ਘੱਟ ਨੇ ਤਾਂ ਬੱਚਾ ਫੇਲ ਹੈ। ਅਸੀਂ ਕੰਡੀਸ਼ਨ ਲਗਾ ਸਕਦੇ ਹਾਂ ਕਿ ਜੇ ਐਕਸਲ ਦੇ ਸੈੱਲ ਦੇ ਵਿੱਚ ਡਾਟਾ ਦਾ ਨੰਬਰ ਦੀ ਵੈਲਿਊ 33 ਤੋਂ ਵੱਧ ਹੈ ਤਾਂ ਸਾਨੂੰ ਪਾਸ ਰਿਟਰਨ ਕਰਵਾਵੇ, ਜੇ 33 ਤੋਂ ਘੱਟ ਹੈ ਤਾਂ ਸਾਨੂੰ ਫੇਲ ਰਿਟਰਨ ਕਰਾਵੇ। ਜ਼ਰੂਰੀ ਨਹੀਂ ਹੈ ਕਿ ਸਾਨੂੰ ਹਮੇਸ਼ਾ ਸਿਰਫ ਟਰੂ ਜਾਂ ਫਾਲਸ ਹੀ ਲਿਖਿਆ ਨਜ਼ਰ ਆਵੇਗਾ, ਅਸੀਂ ਆਪਣੀ ਜ਼ਰੂਰਤ ਦੇ ਅਨੁਸਾਰ ਕੀ ਵਾਪਸ ਲੈਣਾ ਚਾਹੁੰਦੇ ਹਾਂ ਉਹ ਅਸੀਂ ਇਹਦੇ ਵਿੱਚ ਮੋਡੀਫਾਈ ਕਰ ਸਕਦੇ ਹਾਂ। ਇਸ ਤੋਂ ਬਾਅਦ ਜਿਹੜਾ ਬੜਾ ਜ਼ਰੂਰੀ ਫੰਕਸ਼ਨ ਹੈਗਾ ਹੈ ਡੇਟ ਐਂਡ ਟਾਈਮ ਫੰਕਸ਼ਨ, ਜੋ ਕਿ ਆਪਣੇ ਐਕਸਲ ਦੇ ਵਿੱਚ ਬਹੁਤ ਵਰਤਿਆ ਜਾਂਦਾ ਹੈ। ਇਸ ਦੇ ਕੁਝ ਆਮ ਵਰਤੇ ਜਾਣ ਵਾਲੇ ਫੰਕਸ਼ਨਸ ਹੈਗੇ ਨੇ ਡੇਟ ਫੰਕਸ਼ਨ। ਇਸ ਦੇ ਵਿੱਚ ਜੋ ਯੂਜ਼ਰ ਸਾਲ ਐਂਟਰ ਕਰਦਾ ਹੈ, ਮਹੀਨੇ ਐਂਟਰ ਕਰਦਾ ਹੈ ਤੇ ਦਿਨ ਐਂਟਰ ਕਰਦਾ ਹੈ, ਉਸ ਇਨਪੁਟ ਦੇ ਆਧਾਰ ਤੇ ਆਪਾਂ ਨੂੰ ਇੱਕ ਡੇਟ ਇੱਕ ਤਰੀਕ ਵਾਪਸ ਕਰਦਾ ਹੈ। ਉਸੇ ਤਰ੍ਹਾਂ ਹੀ ਆਪਣੇ ਕੋਲ ਟਾਈਮ ਫੰਕਸ਼ਨ ਹੈ, ਅਸੀਂ ਇਹਦੇ ਵਿੱਚ ਘੰਟੇ ਐਂਟਰ ਕਰਦੇ ਹਾਂ, ਮਿੰਟ ਐਂਟਰ ਕਰਦੇ ਹਾਂ ਤੇ ਸੈਕਿੰਡ ਐਂਟਰ ਕਰਦੇ ਹਾਂ ਤੇ ਉਸ ਦੇ ਹਿਸਾਬ ਨਾਲ ਸਾਨੂੰ ਕੀ ਕਰਦਾ ਹੈ, ਟਾਈਮ ਦੀ ਵੈਲਿਊ ਵਾਪਸ ਕਰਦਾ ਹੈ। ਨਾਓ ਫੰਕਸ਼ਨ ਕੀ ਦੱਸਦਾ ਹੈ ਆਪਾਂ ਨੂੰ, ਆਪਣੇ ਕੰਪਿਊਟਰ ਦੇ ਹਿਸਾਬ ਦੇ ਨਾਲ ਜੋ ਕਰੰਟ ਡੇਟ ਹੈ ਤੇ ਟਾਈਮ ਹੈ ਆਪਾਂ ਨੂੰ ਉਹ ਆਪਣੇ ਐਕਸਲ ਦੇ ਸੈੱਲ ਦੇ ਵਿੱਚ ਰਿਟਰਨ ਜਾਂ ਵਾਪਸ ਕਰਦਾ ਹੈ। ਟੁਡੇ ਫੰਕਸ਼ਨ ਸਿਸਟਮ ਦੇ ਯਾਨੀ ਕਿ ਕੰਪਿਊਟਰ ਦੇ ਅਕੋਰਡਿੰਗ ਜੋ ਅੱਜ ਦੀ ਤਰੀਕ ਹੈ ਉਹ ਆਪਾਂ ਨੂੰ ਉਸ ਸੈੱਲ ਦੇ ਵਿੱਚ ਰਿਟਰਨ ਕਰੇਗਾ ਜਿਸ ਸੈੱਲ ਦੇ ਵਿੱਚ ਅਸੀਂ ਫੰਕਸ਼ਨ ਨੂੰ ਲਗਾਇਆ ਹੈ। ਇਸ ਤੋਂ ਬਾਅਦ ਬੇਟਾ ਆਪਣੇ ਕੋਲ ਇੱਕ ਫੰਕਸ਼ਨ ਲਾਇਬ੍ਰੇਰੀ ਵੀ ਹੈ। ਫੰਕਸ਼ਨ ਲਾਇਬ੍ਰੇਰੀ ਦੇ ਵਿੱਚ ਹਜ਼ਾਰਾਂ ਹੀ ਫੰਕਸ਼ਨ ਨੇ, ਸੈਂਕੜੇ ਫੰਕਸ਼ਨ ਨੇ, ਹਜ਼ਾਰਾਂ ਫੰਕਸ਼ਨ ਨੇ। ਆਪਾਂ ਨੂੰ ਸਾਰੇ ਫੰਕਸ਼ਨ ਯਾਦ ਰੱਖਣ ਦੀ ਲੋੜ ਨਹੀਂ ਹੈ, ਸਿਰਫ ਜ਼ਰੂਰੀ ਫੰਕਸ਼ਨ ਜੋ ਆਪਣੇ ਬਹੁਤ ਹੀ ਰੂਟੀਨ ਦੇ ਵਿੱਚ ਯੂਜ਼ ਹੁੰਦੇ ਨੇ ਜਾਂ ਬਹੁਤ ਇੰਪੋਰਟੈਂਟ ਨੇ ਤੁਸੀਂ ਸਿਰਫ ਉਹੀ ਕਰਨੇ ਨੇ, ਸਾਰੇ ਨਹੀਂ ਆਪਾਂ ਕਰਨੇ। ਅੱਗੇ ਆਪਾਂ ਸਲਾਈਡਸ ਵਿੱਚ ਦੇਖਾਂਗੇ, ਇਸ ਪ੍ਰੈਜੈਂਟੇਸ਼ਨ ਦੇ ਵਿੱਚ ਦੇਖਾਂਗੇ ਕੁਝ ਖਾਸ ਫੰਕਸ਼ਨ ਦੇ ਲਾਇਬ੍ਰੇਰੀ ਵਿੱਚੋਂ ਇੱਕ ਖਾਸ ਫੰਕਸ਼ਨ ਵਰਤ ਕੇ ਆਪਾਂ ਆਪਣੀ ਉਦਾਹਰਨ ਨੂੰ ਦੇਖਾਂਗੇ ਕਿ ਇਹਨੂੰ ਵਰਤਣਾ ਕਿਵੇਂ ਹੈ। ਫੰਕਸ਼ਨ ਲਾਇਬ੍ਰੇਰੀ ਹੈ ਕਿੱਥੇ? ਸਭ ਤੋਂ ਪਹਿਲੇ ਤੁਸੀਂ ਫਾਰਮੂਲਾ ਟੈਬ ਦੇ ਵਿੱਚ ਜਾਣਾ ਹੈ। ਫਾਰਮੂਲਾ ਟੈਬ ਦੇ ਵਿੱਚ ਆਪਣੇ ਕੋਲ ਬੇਟਾ ਕੀ ਹੈ, ਫੰਕਸ਼ਨ ਲਾਇਬ੍ਰੇਰੀ ਹੈ। ਇਸ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਆਟੋਸਮ ਆਪਾਂ ਪਿਛਲੇ ਲੈਕਚਰ ਵਿੱਚ ਪੜਿਆ ਸੀਗਾ। ਰੀਸੈਂਟ ਯੂਜ਼ ਫੰਕਸ਼ਨ ਨੇ, ਜਿਹੜੇ ਆਪਾਂ ਫੰਕਸ਼ਨ ਬਾਰ-ਬਾਰ ਯੂਜ਼ ਕਰਦੇ ਹਾਂ ਉਹ ਇਸ ਦੇ ਵਿੱਚ ਸ਼ੋ ਹੁੰਦੇ ਨੇ। ਫਾਈਨੈਂਸ਼ੀਅਲ ਫੰਕਸ਼ਨ ਨੇ, ਲੌਜੀਕਲ ਫੰਕਸ਼ਨ ਨੇ, ਟੈਕਸਟ ਫੰਕਸ਼ਨ ਨੇ, ਆਪਾਂ ਕੁਝ ਟੈਕਸਟ ਫੰਕਸ਼ਨ ਪੜ੍ਹੇ ਵੀ ਹੈ। ਲੌਜੀਕਲ ਫੰਕਸ਼ਨ ਇਫ ਪੜ੍ਹਿਆ ਆਪਾਂ। ਫਿਰ ਡੇਟ ਐਂਡ ਟਾਈਮ ਦੇ ਬਹੁਤ ਫੰਕਸ਼ਨ ਨੇ, ਹੋਰ ਵੀ ਆਪਣੇ ਕੋਲ ਕਾਫੀ ਸਾਰੇ ਫੰਕਸ਼ਨ ਇਸ ਫੰਕਸ਼ਨ ਲਾਇਬ੍ਰੇਰੀ ਵਿੱਚ ਨੇ ਜੋ ਕਿ ਤੁਸੀਂ ਆਪਦੀ ਲੋੜ ਦੇ ਮੁਤਾਬਿਕ ਸਿੱਖ ਸਕਦੇ ਹੋ ਤੇ ਇਹਨਾਂ ਨੂੰ ਆਪਣੇ ਐਕਸਲ ਦੇ ਵਿੱਚ ਵਰਤ ਸਕਦੇ ਹੋ। ਆਓ ਆਪਾਂ ਦੇਖਦੇ ਹਾਂ ਕਿ ਆਪਣੀ ਐਕਸਲ ਦੇ ਵਿੱਚ ਕਿਸੇ ਫੰਕਸ਼ਨ ਨੂੰ ਲਾਇਬ੍ਰੇਰੀ ਫੰਕਸ਼ਨ ਵਿੱਚੋਂ ਕਿਵੇਂ ਇਨਸਰਟ ਕਰਨਾ ਹੈ। ਸਭ ਤੋਂ ਪਹਿਲੇ ਤੁਸੀਂ ਚਿੱਤਰ ਦੇ ਅਕੋਰਡਿੰਗ ਆਪਣਾ ਐਕਸਲ ਦੇ ਵਿੱਚ ਡਾਟਾ ਟਾਈਪ ਕਰ ਲੈਣਾ ਹੈ। ਧਿਆਨ ਰੱਖਣਾ ਇਹਦੇ ਵਿੱਚ ਜਿਹੜੇ ਦੋ ਕਾਲਮ ਡੇਟ ਆਫ ਆਰਡਰ ਤੇ ਡੇਟ ਆਫ ਡਿਲੀਵਰੀ ਹੈ, ਇਸ ਦਾ ਮੈਂ ਫਾਰਮੈਟ ਡੇਟ ਸੈੱਟ ਕੀਤਾ ਹੋਇਆ ਹੈ। ਇਹ ਤੁਸੀਂ ਜ਼ਰੂਰ ਧਿਆਨ ਰੱਖ ਲੈਣਾ ਕਿ ਇਸ ਨੂੰ ਡੇਟ ਸੈੱਟ ਕੀਤਾ ਹੋਵੇ, ਨਹੀਂ ਤਾਂ ਇਹ ਫੰਕਸ਼ਨ ਆਪਣਾ ਕੰਮ ਨਹੀਂ ਕਰੇਗਾ। ਇਸ ਫੰਕਸ਼ਨ ਨੂੰ ਡੇਟ ਦੇ ਅਕੋਰਡਿੰਗ ਫਾਰਮੈਟ ਕਰਨਾ ਜ਼ਰੂਰੀ ਹੈ। ਫਾਰਮੈਟਿੰਗ ਆਪਾਂ ਪਹਿਲੇ ਚੈਪਟਰ ਦੇ ਵਿੱਚ ਪੜ੍ਹੀ ਸੀ, ਪਹਿਲੇ ਲੈਕਚਰ ਦੇ ਵਿੱਚ ਪੜ੍ਹੀ ਸੀ, ਉਸ ਨੂੰ ਇੱਕ ਵਾਰ ਧਿਆਨ ਕੇ ਦੁਬਾਰਾ ਪੜ੍ਹ ਲੈਣਾ, ਤੁਹਾਨੂੰ ਇਹ ਐਗਜ਼ਾਮਪਲ ਸਮਝਣ ਵਿੱਚ ਬਹੁਤ ਆਸਾਨੀ ਹੋਵੇਗੀ। ਜਿਸ ਸੈੱਲ ਵਿੱਚ ਅਸੀਂ ਉੱਤਰ ਪ੍ਰਾਪਤ ਕਰਨਾ ਹੈ ਉਸ ਨੂੰ ਸਿਲੈਕਟ ਕਰੋ। ਅਸੀਂ F2 ਨੂੰ ਸਿਲੈਕਟ ਕੀਤਾ ਹੋਇਆ ਹੈ। F2 ਇਹ ਆਪਣਾ ਸੈੱਲ ਹੈ ਜਿਸ ਦੇ ਵਿੱਚ ਅਸੀਂ ਆਪਦੇ ਰਿਜ਼ਲਟ ਨੂੰ ਦੇਖਣਾ ਚਾਹੁੰਦੇ ਹਾਂ। ਹੁਣ ਅਸੀਂ ਫਾਰਮੂਲਾ ਟੈਬ ਦੇ ਆਪਣੇ ਕੋਲ ਆਹ ਫਾਰਮੂਲਾ ਟੈਬ ਹੈ, ਫੰਕਸ਼ਨ ਐਂਡ ਲਾਇਬ੍ਰੇਰੀ ਗਰੁੱਪ। ਫੰਕਸ਼ਨ ਲਾਇਬ੍ਰੇਰੀ ਗਰੁੱਪ ਵਿੱਚੋਂ ਅਸੀਂ ਕੀ ਕਰਨਾ ਹੈ, ਫੰਕਸ਼ਨ ਦੀ ਬਹੁਤ ਸਾਰੀਆਂ ਕੈਟਾਗਰੀਜ਼ ਨੇ, ਅਸੀਂ ਇਹਨਾਂ ਚੋਂ ਡੇਟ ਐਂਡ ਟਾਈਮ ਨੂੰ ਚੁਣਿਆ ਹੈ। ਕਿਹੜੀ ਕੈਟਾਗਰੀ ਨੂੰ ਚੁਣਿਆ ਹੈ, ਡੇਟ ਐਂਡ ਟਾਈਮ। ਜਿਵੇਂ ਹੀ ਅਸੀਂ ਇਸ ਤੇ ਕਲਿੱਕ ਕਰਾਂਗੇ ਆਪਣੇ ਕੋਲ ਬਹੁਤ ਸਾਰੇ ਫੰਕਸ਼ਨ ਖੁੱਲ ਜਾਣਗੇ। ਜਿਵੇਂ ਤੁਸੀਂ ਦੇਖ ਪਾ ਰਹੇ ਹੋ, ਡੇਟ ਹੈ, ਡੇਟ ਵੈਲਿਊ ਹੈ, ਡੇ ਹੈ, ਡੇਜ਼ 360 ਹੈ, ਈ ਡੇਟ ਹੈ, ਈਓ ਮੰਥ ਹੈ। ਲੇਕਿਨ ਅਸੀਂ ਕਿਹੜਾ ਫੰਕਸ਼ਨ ਯੂਜ਼ ਕਰਦੇ ਹਾਂ, ਕਿਹੜਾ ਫੰਕਸ਼ਨ ਯੂਜ਼ ਕਰ ਰਹੇ ਇਸ ਉਦਾਹਰਨ ਦੇ ਵਿੱਚ, ਨੈਟ ਵਰਕ ਡੇਜ਼। ਕਿਹੜਾ ਫੰਕਸ਼ਨ ਯੂਜ਼ ਕਰਨਾ ਹੈ, ਨੈਟ ਵਰਕ ਡੇਜ਼। ਜਿਵੇਂ ਹੀ ਤੁਸੀਂ ਇਸ ਫੰਕਸ਼ਨ ਤੇ ਕਲਿੱਕ ਕਰੋਗੇ ਤੁਹਾਨੂੰ ਇੱਕ ਡਾਇਲੌਗ ਬਾਕਸ ਨਜ਼ਰ ਆਵੇਗਾ ਇਸ ਚਿੱਤਰ ਦੇ ਅਕੋਰਡਿੰਗ। ਇਹਦੇ ਵਿੱਚ ਤੁਹਾਨੂੰ ਸਟਾਰਟ ਡੇਟ ਪੁੱਛੇਗਾ। ਸਟਾਰਟ ਡੇਟ ਦੇ ਵਿੱਚ ਤੁਸੀਂ ਕਿਹੜੀ ਡੇਟ ਦਾਖਲ ਕਰਨੀ ਹੈ, ਡੇਟ ਆਫ ਆਰਡਰ ਵਾਲੀ, ਯਾਨੀ ਕਿ ਸੈੱਲ ਕਿਹੜਾ ਦਾਖਲ ਕਰਨਾ ਹੈ, ਕਿਹੜੇ ਸੈੱਲ ਦਾ ਐਡਰੈਸ ਦਾਖਲ ਕਰਨਾ ਹੈ, D2। ਇਸ ਤੋਂ ਬਾਅਦ ਤੁਸੀਂ ਬੇਟਾ ਕੀ ਕਰਨਾ ਹੈ, ਐਂਡ ਡੇਟ। ਐਂਡ ਡੇਟ ਦੇ ਵਿੱਚ ਜਿਹੜਾ ਕਿ ਡੇਟ ਆਫ ਡਿਲੀਵਰੀ ਦਾ ਪਹਿਲਾ ਸੈੱਲ ਹੈਗਾ ਹੈ E2, ਇਸ ਦੇ ਵਿੱਚ ਦਾਖਲ ਕਰਨਾ ਹੈ।
ਜਿਵੇਂ ਤੁਸੀਂ ਇਹਦੇ ਵਿੱਚ ਐਂਡ ਡੇਟ ਦਾਖਲ ਕਰੋਗੇ ਇਹ ਤੁਹਾਨੂੰ ਰਿਜ਼ਲਟ ਵੀ ਦੱਸੇਗਾ। ਬੇਟਾ ਜਿਹੜਾ ਨੈਟਵਰਕ ਬੇਸ ਫੰਕਸ਼ਨ ਹੈ ਇਹ ਕੀ ਕੈਲਕੂਲੇਟ ਕਰਦਾ ਹੈ, ਸਟਾਰਟ ਡੇਟ ਤੋਂ ਲੈ ਕੇ ਐਂਡ ਡੇਟ ਤੱਕ ਕਿੰਨੇ ਦਿਨਾਂ ਦਾ ਅੰਤਰ ਹੈ ਇਸ ਨੂੰ ਕੈਲਕੂਲੇਟ ਕਰਦਾ ਹੈ। ਲੇਕਿਨ ਇਸ ਦੇ ਵਿੱਚ ਇੱਕ ਖਾਸ ਗੱਲ ਦਾ ਧਿਆਨ ਰੱਖਣਾ ਕਿ ਇਸ ਦੇ ਵਿੱਚ ਇਹ ਵੀਕਐਂਡਸ ਨੂੰ ਯਾਨੀ ਕਿ ਸ਼ਨੀ ਐਤਵਾਰ ਨੂੰ ਕਾਊਂਟ ਨਹੀਂ ਕਰਦਾ। यानी कि जे अपनी स्टार्टिंग डेट 10 जनवरी 2021 है ते एंड डेट अपनी 10 फरवरी 2021 है ते आपां नूं ये पूरा महीना यानी कि 28 या 29 दिन रिटर्न नहीं करेगा, आपां नूं शनि ऐतवार विचों कढ के अपने टोटल दिन आपां नूं रिटर्न करेगा। जिवें तुसीं ओके ते क्लिक करोगे तुसीं देखोगे ये अपने कोल उसका डिफरेंस जो कि उन्हां दिनां दा अपने डिफरेंस है उन्हां नूं अपने नूं रिटर्न कर रहा है। इस तो बाद बेटा अपने को टॉपिक है सॉर्टिंग। सॉर्टिंग एक्सेल का बहुत इंपॉर्टेंट टॉपिक है। सॉर्टिंग वैसे भी अपने रूटीन भी बहुत यूज होती है, एक्सेल के बहुत ज्यादा यूज होती है। सॉर्टिंग है कि सॉर्टिंग टाइप किए हुए डाटे नूं अपनी जरूरत अनुसार क्रम विच करना है। क्रम यानी कि एक सीक्वेंस दे विच करना है। जेकर डाटा नंबरां विच है तो उसनूं चढ़दे या लैंदे क्रम यानी कि असेंडिंग या डिसेंडिंग ऑर्डर दे विच, जे अल्फाबैटिकल है भाव कि ABC या लैटर्स लिखे हुए ने तो उसनूं अंग्रेजी दे अल्फाबैटिक अनुसार असेंडिंग या डिसेंडिंग ऑर्डर करता है। हाँ मैं चित्र दिखाए है, आ नंबर ने 1 2 3 4 5 तुसीं देख रहे हो, ये छोटे अंकां तो वड्डे अंकां वल वध रहा है यानी कि असेंडिंग ऑर्डर है। दूसरे चित्र दे विच 5 4 3 2 1 यानी कि घटदे क्रम विच है, ये डिसेंडिंग ऑर्डर है। अगले दो चित्र दे विच बेटा असीं अल्फाबैटिकल डाटा लिया है यानी कि इंग्लिश दे अखर टाइप किए हुए हैं, जिवें कि CD चार्जर तुसीं देख रहे हो CDPS यानी कि C पहले आंदा, आपां नूं पता है कि D बाद चों आंदा है। वो सीक्वेंस में चलते हुए जे आपां बाकी अखर स्किप करते हैं तो P ते आने हैं, P तो बाद S आंदा है यानी कि ये भी अपने कोल की है असेंडिंग ऑर्डर दे विच डाटा सॉर्ट होया होया है। उसी तरीके नाल अगले विच अपने कोल की है डिसेंडिंग ऑर्डर दे विच डाटा सॉर्ट होया होया है। स्पीकर यानी कि Z2A यानी कि उल्टे क्रम दे विच। आओ आपां देखदे हां कि सॉर्टिंग नूं यूज किवें करना है। सब तो पहले तुसीं एक्सेल दी शीट दे विच डाटा दाखिल कर लेना है, इस चित्र के अनुसार डाटा दाखिल कर लेना। आपां इस स्टूडेंट नेम कॉलम नूं की करांगे, सॉर्ट करांगे। इसनूं आपां अल्फाबैटिकली यानी कि इंग्लिश दे लैटर्स दे अकॉर्डिंग इसनूं आपां सॉर्ट करांगे। तुसीं देख सकते हो इहदे विच मैं जिहड़े नाम ने उल्ट पुल्ट एक सीक्वेंस नहीं लिखे, जिवें पहले A लिखिया है, फिर G तो नाम लिखिया है, फिर A लिखिया है, फिर B है, फिर G आ गया मेरे को, C जबकि पहले आना चाहिए सी, फिर बाद विच आया है, फिर G आ गया, फिर A आ गया, फिर B आ गया। मैं बेसिकली की चाहना इस एग्जांपल दे राहीं करना चाह रहा वां कि पहले A नाम वाले सारे आन, फिर B नाम वाले, फिर C नाम वाले, फिर D वाले। इस सीक्वेंस दे विच मैं अपने डाटे नूं देखना चाहना। सॉर्टिंग कमांड है किथे, सब तो पहले डाटा टाइप की चोन करनी है। इस दे विच बेटा सॉर्ट एंड फिल्टर ग्रुप है, इस विचों तुसीं किहड़ी ऑप्शन की चोन करनी है, सॉर्ट ऑप्शन की चोन करनी है। जिवें तुसीं इस ऑप्शन ते क्लिक करोगे तुहाडे सामने एक डायलॉग बॉक्स खुल जाएगा, उहदे विच कुछ ऑप्शनस हैगियां ने। उस दे विच पहली ऑप्शन हैगी है सॉर्ट बाय। ये दसदा बेटा किस कॉलम के अकॉर्डिंग तुसीं अपनी शीट नूं सॉर्ट करना चाहते हो। असीं स्टूडेंट नेम के अकॉर्डिंग सॉर्ट करना है, इसलिए मैं इस कॉलम नूं चुनिया होया है। इस तो बाद बेटा मेन जिहड़ा इहदे विच फोकस हैगा है ऑर्डर। ऑर्डर की है, तुसीं इसनूं असेंडिंग ऑर्डर करना चाहते हो तो A to Z, जे डिसेंडिंग ऑर्डर करना चाहते हो तो तुसीं की करोगे बेटा Z2A सीक्वेंस की ऑप्शन की चोन करोगे तो तुहानूं डिसेंडिंग ऑर्डर दे विच डाटे नूं सॉर्ट कर देगा। सॉर्ट ऑन इसका बेटा मतलब की है वैल्यूज, यानी कि तुसीं उन्हां दी डाटे दी वैल्यू दे अकॉर्डिंग करना चाहते हो। इहदे विच होर ऑप्शनस हैगियां ने, अपने कोल कलर दे बेस ते तुसीं सॉर्ट करना चाहते हो, तुसीं किसी फॉर्मेटिंग दे बेस ते सॉर्ट करना चाहते हो, वो तुहाडे ते निर्भर करता है। असीं सिर्फ वैल्यूज ते यानी कि सैल दे विच जो लिखिया होया है उनके आधार ते असीं अपने डाटे नूं सॉर्ट करना चाहते हैं। जिवें ही तुसीं ओके ते क्लिक करोगे तुसीं देखोगे तुहाडा सारा डाटा की है सॉर्ट हो चुका है। तुसीं देखदे हो कि A नाम वाले सारे नाम पहले आ गए ने, फिर B लैटर वाले नाम आ गए ने, फिर C वाले, फिर सारे G वाले लैटर्स आए ने, यानी कि ये डाटा अपने को असेंडिंग ऑर्डर दे विच की है सॉर्ट हो गया है। तुसीं देख रहे हो सिर्फ नाम ही सॉर्ट नहीं होए है,
ਉਹਨਾਂ ਬੱਚਿਆਂ ਦਾ ਬਾਕੀ ਡਾਟਾ ਵੀ ਸੋਰਟ ਹੋਇਆ ਹੈ। ਇੱਕ ਰੋਲ ਨੰਬਰ ਪਹਿਲੇ ਸੀ, ਹੁਣ ਅਗਲਾ ਰੋਲ ਨੰਬਰ 8 ਹੋ ਗਿਆ 2 ਦੀ ਬਜਾਏ, ਫਿਰ ਤੀਜੇ ਨੰਬਰ ਵਾਲਾ ਰੋਲ ਨੰਬਰ ਹੋ ਗਿਆ। ਉਸੇ ਤਰੀਕੇ ਨਾਲ ਹੀ ਉਹਨਾਂ ਦੇ ਨੰਬਰ ਵੀ ਸਾਰੇ ਕੀ ਹੋ ਜਾਣਗੇ, ਸੋਰਟ ਹੋ ਜਾਂਦੇ ਨੇ। ਤੁਸੀਂ ਇਹ ਧਿਆਨ ਰੱਖਣਾ ਹੈ ਕਿ ਜਦੋਂ ਸੋਰਟਿੰਗ ਕਰਦੇ ਹੋ ਤੁਸੀਂ ਸਿਰਫ ਉਸੇ ਕਾਲਮ ਨੂੰ ਸੋਰਟ ਕਰਨਾ ਚਾਹ ਰਹੇ ਹੋ ਜਾਂ ਪੂਰੇ ਡਾਟੇ ਨੂੰ ਸੋਰਟ ਕਰਨਾ ਚਾਹ ਰਹੇ ਹੋ। ਇਸ ਤੋਂ ਬਾਅਦ ਤੁਸੀਂ ਸੋਰਟਿੰਗ ਕਮਾਂਡ ਨੂੰ ਹੋਮ ਟੈਬ ਦੇ ਐਡੀਟਿੰਗ ਗਰੁੱਪ ਦੇ ਸੋਰਟ ਐਂਡ ਫਿਲਟਰ ਕਮਾਂਡ ਤੋਂ ਵੀ ਯੂਜ਼ ਕਰ ਸਕਦੇ ਹੋ। ਡਾਇਰੈਕਟਲੀ ਤੁਹਾਨੂੰ ਡਾਟਾ ਟੈਬ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ, ਤੁਸੀਂ ਡਾਇਰੈਕਟਲੀ ਹੋਮ ਟੈਬ ਤੋਂ ਵੀ ਇਸ ਦੀ ਵਰਤੋਂ ਕਰ ਸਕਦੇ ਹੋ। ਇਸ ਤੋਂ ਬਾਅਦ ਬੇਟਾ ਡਾਟਾ ਫਿਲਟਰਿੰਗ ਹੈ। ਫਿਲਟਰ ਕਰਨਾ ਕੀ ਹੈ? ਫਿਲਟਰ ਕਰਨਾ ਮਤਲਬ ਹੈ ਬੇਟਾ ਕਿ ਆਪਣੀ ਸਾਰੀ ਜਾਣਕਾਰੀ ਦੇ ਵਿੱਚੋਂ ਕੁਝ ਖਾਸ ਜਾਣਕਾਰੀ ਨੂੰ ਲੱਭਣਾ, ਯਾਨੀ ਜੋ ਜਾਣਕਾਰੀ ਸਾਨੂੰ ਮੇਨ ਇਸ ਟਾਈਮ ਚਾਹੀਦੀ ਹੈ, ਕਿਸੇ ਕਰੰਟ ਟਾਈਮ ਤੇ ਚਾਹੀਦੀ ਹੁੰਦੀ ਹੈ, ਸਿਰਫ ਉਹੀ ਡਾਟਾ ਆਪਾਂ ਨੂੰ ਨਜ਼ਰ ਆਵੇ, ਬਾਕੀ ਆਪਣਾ ਡਾਟਾ ਆਪਣੇ ਕੋਲ ਨਜ਼ਰ ਨਾ ਆਵੇ, ਹਾਈਡ ਹੋ ਜਾਵੇ। ਧਿਆਨ ਰੱਖਣਾ, ਡਾਟਾ ਸਿਰਫ ਹਾਈਡ ਹੁੰਦਾ ਹੈ, ਡਿਲੀਟ ਨਹੀਂ ਹੁੰਦਾ ਇਸ ਵਿੱਚ। ਫਿਲਟਰਸ ਨੂੰ ਅਸੀਂ ਆਪਣੀ ਵਰਕਸ਼ੀਟ ਵਿੱਚ ਕਈ ਤਰੀਕਿਆਂ ਰਾਹੀਂ ਅਪਲਾਈ ਕਰ ਸਕਦੇ ਹਾਂ। ਆਪਣੀ ਵਰਕਸ਼ੀਟ ਦੀ ਕਾਰਜਕੁਸ਼ਲਤਾ ਨੂੰ ਵੀ ਸੁਧਾਰ ਸਕਦੇ ਹਾਂ। ਅਸੀਂ ਟੈਕਸਟ ਦੇ ਅਕੋਰਡਿੰਗ ਤਰੀਕ ਤੇ ਨੰਬਰਾਂ ਨੂੰ ਫਿਲਟਰ ਕਰ ਸਕਦੇ ਹਾਂ। ਜੋ ਵੀ ਅਸੀਂ ਫਿਲਟਰ ਕਰਨਾ ਚਾਹੁੰਦੇ ਹਾਂ, ਆਪਣੀ ਐਕਸਲ ਦੇ ਵਿੱਚ ਜੋ ਵੀ ਅਸੀਂ ਡਾਟਾ ਐਂਟਰ ਕੀਤਾ ਹੋਇਆ ਹੈ, ਅਸੀਂ ਉਸ ਹਰ ਡਾਟੇ ਨੂੰ ਫਿਲਟਰ ਕਰ ਸਕਦੇ ਹਾਂ। ਆਓ ਦੇਖਦੇ ਹਾਂ ਫਿਲਟਰ ਕਿਵੇਂ ਕਰਨਾ ਹੈ। ਸਭ ਤੋਂ ਪਹਿਲੇ ਚਿੱਤਰ ਦੇ ਅਨੁਸਾਰ ਵਰਕਸ਼ੀਟ ਵਿੱਚ ਡਾਟਾ ਦਾਖਲ ਕਰ ਲਓ। ਤੁਸੀਂ ਦੇਖ ਰਹੇ ਹੋ ਮੈਂ ਪੁਰਾਣੀ ਐਗਜ਼ਾਮਪਲ ਹੀ ਚੱਕੀ ਹੈ ਜਿਹਦੇ ਵਿੱਚ ਅਸੀਂ ਪਾਰਟਿਕੂਲਰਸ ਕੁਝ ਐਂਟਰ ਕੀਤੇ ਹੋਏ ਨੇ, ਜਿਵੇਂ ਪੈਨ ਡਰਾਈਵ, CD, DVD ਵਗੈਰਾ ਐਂਟਰ ਕੀਤੀ ਹੋਈ ਹੈ। ਉਹਨਾਂ ਦੀ ਕੁਆਂਟੀਟੀ, ਉਹਨਾਂ ਦਾ ਡੇਟ ਆਫ ਆਰਡਰ, ਡੇਟ ਆਫ ਡਿਲੀਵਰੀ ਤੇ ਨੰਬਰ ਆਫ ਡੇਜ਼ ਕਿੰਨੇ ਲੱਗਣੇ ਨੇ ਉਸ ਆਰਡਰ ਨੂੰ ਪਹੁੰਚਾਉਣ ਤੇ, ਇਹ ਡਾਟਾ ਮੈਂ ਸਾਰਾ ਐਕਸਲ ਦੀ ਸ਼ੀਟ ਦੇ ਵਿੱਚ ਐਂਟਰ ਕੀਤਾ ਹੋਇਆ ਹੈ। ਇਸ ਦੇ ਵਿੱਚ ਮੈਂ ਕੀ ਕਰਨਾ ਚਾਹ ਰਿਹਾ ਹਾਂ, ਸਿਰਫ ਤੇ ਸਿਰਫ ਕੁਝ ਖਾਸ ਡਾਟਾ ਹੀ ਲੱਭਣਾ ਚਾਹ ਰਿਹਾ ਹਾਂ। ਆਪਾਂ ਦੇਖਦੇ ਹਾਂ ਅੱਗੇ ਕਿ ਮੈਂ ਸਿਰਫ CD ਤੇ ਪੈਨ ਡਰਾਈਵ ਦੇ ਰਿਕਾਰਡਸ ਨੂੰ ਦੇਖਣਾ ਚਾਹ ਰਿਹਾ ਹਾਂ ਕਿ ਮੈਨੂੰ ਬਾਕੀ ਦਾ ਡਾਟਾ ਨਜ਼ਰ ਨਾ ਆਵੇ, ਸਿਰਫ ਪੈਨ ਡਰਾਈਵ ਤੇ CD ਵਾਲਾ ਡਾਟਾ ਹੀ ਮੈਨੂੰ ਨਜ਼ਰ ਆਵੇ, ਬਾਕੀ ਹੋਰ ਕੋਈ ਡਾਟਾ ਨਜ਼ਰ ਨਾ ਆਵੇ। ਕਿਵੇਂ ਕਰਨਾ ਹੈ? ਸਭ ਤੋਂ ਪਹਿਲੇ ਤੁਸੀਂ ਡਾਟਾ ਟੈਬ ਤੇ ਜਾਣਾ ਹੈ। ਅਗੇਨ ਸੋਰਟ ਐਂਡ ਫਿਲਟਰ ਕਮਾਂਡ ਦੀ ਸੋਰਟ ਐਂਡ ਫਿਲਟਰ ਗਰੁੱਪ ਨੂੰ ਤੁਸੀਂ ਦੇਖਣਾ ਹੈ ਬੇਟਾ। ਉਸ ਦੇ ਵਿੱਚ ਤੁਹਾਡੇ ਕੋਲ ਕਿਹੜੀ ਆਪਸ਼ਨ ਹੈ ਬੇਟਾ? ਫਿਲਟਰ ਆਪਸ਼ਨ ਹੈ। ਜਿਵੇਂ ਹੀ ਤੁਸੀਂ ਇਸ ਫਿਲਟਰ ਆਪਸ਼ਨ ਤੇ ਕਲਿੱਕ ਕਰੋਗੇ, ਤੁਸੀਂ ਦੇਖੋਗੇ ਹਰ ਕਾਲਮ ਦੇ ਕਾਰਨਰ ਤੇ ਇੱਕ ਐਰੋ ਦਾ ਨਿਸ਼ਾਨ ਬਣ ਗਿਆ। ਸਾਰੇ ਕਾਲਮ ਦੇ ਤੁਸੀਂ ਦੇਖੋਗੇ ਐਰੋ ਦਾ ਨਿਸ਼ਾਨ ਬਣ ਚੁੱਕਾ ਹੈ। ਇਹਨੂੰ ਡ੍ਰੌਪ ਡਾਊਨ ਐਰੋਜ਼ ਕਹਿੰਦੇ ਆ। ਅਸੀਂ ਪਾਰਟਿਕੂਲਰ ਦੇ ਅਕੋਰਡਿੰਗ ਆਪਣੇ ਡਾਟੇ ਨੂੰ ਫਿਲਟਰ ਕਰਨਾ ਚਾਹੁੰਦੇ ਹਾਂ। ਅਸੀਂ ਪਾਰਟਿਕੂਲਰ ਕਾਲਮ ਤੇ ਕਲਿੱਕ ਕਰਾਂਗੇ। ਜਿਵੇਂ ਹੀ ਅਸੀਂ ਇਸ ਐਰੋ ਤੇ ਕਲਿੱਕ ਕਰਾਂਗੇ, ਸਾਨੂੰ ਫਿਲਟਰ ਮੈਨੂ ਨਜ਼ਰ ਆਵੇਗਾ। ਤੁਸੀਂ ਚਿੱਤਰ ਵਿੱਚ ਦੇਖ ਸਕਦੇ ਹੋ, ਇਹਦੇ ਵਿੱਚ ਆਪਣੇ ਕੋਲ ਸਾਰੇ ਫਿਲਟਰਸ ਆਪਾਂ ਨੂੰ ਨਜ਼ਰ ਆ ਰਹੇ ਨੇ। ਇਸ ਨੂੰ ਕਿਵੇਂ ਲਗਾਉਣਾ ਹੈ ਅੱਗੇ ਦੇਖਦੇ ਹਾਂ ਆਪਾਂ। ਜਿਸ ਡਾਟੇ ਨੂੰ ਨਹੀਂ ਦੇਖਣਾ ਹੈ, ਅਸੀਂ ਸਿਰਫ ਦੇਖੋ CD ਤੇ ਪੈਨ ਡਰਾਈਵ ਡਾਟਾ ਦੇਖਣਾ ਚਾਹੁੰਦੇ ਹਾਂ। ਬਾਕੀ ਡਾਟੇ ਦੇ ਜਿਹੜੇ ਚੈੱਕ ਬਾਕਸ ਲੱਗੇ ਹੋਏ ਸੀ, ਅਸੀਂ ਸਾਰਿਆਂ ਨੂੰ ਕੀ ਕਰਨਾ ਹੈ, ਮਾਊਸ ਦੇ ਬਟਨ ਨਾਲ ਕਲਿੱਕ ਕਰਕੇ ਹਟਾ ਦੇਣਾ ਹੈ। ਜੇ ਤੁਹਾਡੇ ਕੋਲ ਜ਼ਿਆਦਾ ਆਪਸ਼ਨ ਡੀਸਿਲੈਕਟ ਕਰਨ ਵਾਲੀਆਂ ਨੇ, ਤੁਸੀਂ ਕੀ ਕਰ ਸਕਦੇ ਹੋ, ਇੱਥੋਂ ਪਹਿਲੇ ਸਿਲੈਕਟ ਆਲ ਦਾ ਚੈੱਕ ਬਾਕਸ ਹਟਾ ਕੇ ਸਿਰਫ CD ਤੇ ਪੈਨ ਡਰਾਈਵ ਨੂੰ ਸਿਲੈਕਟ ਕਰਕੇ ਵੀ ਪਿਕ ਕਰ ਸਕਦੇ ਹੋ। ਜਿਵੇਂ ਹੀ ਤੁਸੀਂ ਓਕੇ ਬਟਨ ਤੇ ਕਲਿੱਕ ਕਰੋਗੇ, ਤੁਸੀਂ ਦੇਖੋਗੇ ਕਿ ਤੁਹਾਡੇ ਐਕਸਲ ਦੇ ਵਿੱਚੋਂ ਸਿਰਫ ਪੈਨ ਡਰਾਈਵ ਤੇ CD ਵਾਲੇ ਰਿਕਾਰਡ ਹੀ ਸ਼ੋ ਹੋ ਰਹੇ ਨੇ। ਦੇਖੋ ਆ ਪੈਨ ਡਰਾਈਵ ਹੈ, ਆ CD ਵਾਲਾ ਹੈ, ਆ ਵੀ CD ਵਾਲਾ ਹੈ, ਆ ਪੈਨ ਡਰਾਈਵ ਤੇ ਆ CD ਵਾਲਾ ਹੈ। ਬਾਕੀ ਸਾਰਾ ਡਾਟਾ ਹਾਈਡ ਹੋ ਗਿਆ ਹੈ। ਧਿਆਨ ਰੱਖਣਾ ਬੱਚਿਓ, ਡਾਟਾ ਸਿਰਫ ਹਾਈਡ ਹੋਇਆ ਹੈ, ਡਿਲੀਟ ਨਹੀਂ ਹੋਇਆ ਹੈ। ਇਹ ਸਿਰਫ ਟੈਂਪਰੇਰੀ ਜਾਣਕਾਰੀ ਜੋ ਆਪਾਂ ਨੂੰ ਚਾਹੀਦੀ ਹੁੰਦੀ ਹੈ ਦੇਖਣ ਲਈ ਵਰਤੇ ਜਾਂਦੇ ਨੇ। ਇਹ ਡਾਟੇ ਨੂੰ ਡਿਲੀਟ ਨਹੀਂ ਕਰਦੇ, ਸਿਰਫ ਫਿਲਟਰ ਕਰਦੇ ਨੇ। ਜਿਹੜੀ ਫਿਲਟਰ ਕਮਾਂਡ ਹੈ ਬੇਟਾ, ਤੁਸੀਂ ਹੋਮ ਟੈਬ ਦੇ ਐਡੀਟਿੰਗ ਗਰੁੱਪ ਦੀ ਸੋਰਟ ਐਂਡ ਫਿਲਟਰ ਕਮਾਂਡ ਤੋਂ ਵੀ ਲੱਭ ਸਕਦੇ ਹੈਗੇ। ਤੁਸੀਂ ਦੇਖ ਰਹੇ ਹੋ ਚਿੱਤਰ ਦੇ ਵਿੱਚ, ਜਦੋਂ ਸੋਰਟ ਐਂਡ ਫਿਲਟਰ ਕਮਾਂਡ ਤੇ ਕਲਿੱਕ ਕਰਦੇ ਹੋ, ਇਸ ਦੇ ਹੇਠਾਂ ਹੀ ਆਪਣੇ ਕੋਲ ਆ ਬੇਟਾ ਕਮਾਂਡ ਹੈਗੀ ਹੈ ਫਿਲਟਰ ਕਮਾਂਡ। ਤੁਸੀਂ ਡਾਟਾ ਟੈਬ ਦੀ ਵਰਤੋਂ ਨਾ ਕਰਦੇ ਹੋਏ ਤੁਸੀਂ ਹੋਮ ਟੈਬ ਤੋਂ ਵੀ ਇਸ ਦੀ ਵਰਤੋਂ ਆਸਾਨੀ ਨਾਲ ਕਰ ਸਕਦੇ ਹੋ। ਇਸ ਤੋਂ ਬਾਅਦ ਬੇਟਾ ਫਿਲਟਰ ਨੂੰ ਕਲੀਅਰ ਕਰਨਾ। ਹੁਣ ਤੁਸੀਂ ਫਿਲਟਰ ਲਗਾ ਤਾਂ ਲਿਆ, ਹੁਣ ਫਿਲਟਰ ਨੂੰ ਹਟਾਣਾ ਕਿਵੇਂ, ਇਹ ਵੀ ਆਪਾਂ ਨੂੰ ਆਉਣਾ ਚਾਹੀਦਾ ਹੈ। ਸਭ ਤੋਂ ਪਹਿਲੇ ਤੁਸੀਂ ਕੀ ਕਰਨਾ ਹੈ, ਜਿਸ ਕਾਲਮ ਵਿੱਚੋਂ ਫਿਲਟਰ ਨੂੰ ਹਟਾਣਾ ਚਾਹੁੰਦੇ ਹੋ, ਉਸ ਦੇ ਡ੍ਰੌਪ ਡਾਊਨ ਐਰੋ ਤੇ ਕਲਿੱਕ ਕਰੋ। ਆਪਾਂ ਪਾਰਟਿਕੂਲਰ ਤੇ ਲਗਾਇਆ ਸੀ, ਆਪਾਂ ਉਸ ਤੇ ਕੀ ਕਰ ਲਿਆ, ਕਲਿੱਕ ਕਰ ਲਿਆ। ਉਸ ਤੋਂ ਬਾਅਦ ਤੁਸੀਂ ਦੇਖੋਗੇ ਇੱਕ ਆਪਸ਼ਨ ਨਜ਼ਰ ਆ ਰਹੀ ਹੈ, ਕਲੀਅਰ ਫਿਲਟਰ ਫਰੋਮ ਪਾਰਟਿਕੂਲਰ।
जिस कॉलम ते लगाया होएगा इत्थे उसका नाम आपां नूं शो होएगा। असीं पर्टिकुलर फिल्टर ते लगाया, पर्टिकुलर कॉलम ते लगाया सी ते आपां नूं पर्टिकुलर कॉलम का नाम अगे शो हो रहा है। जिवें ही तुसीं इस ऑप्शन ते क्लिक करोगे तुहाडा फिल्टर हट जाएगा, तुहाडा सारा डाटा तुहानूं नज़र आ जाएगा। ਹੁਣ ਮੰਨ ਲਓ ਤੁਸੀਂ ਆਪਣੀ ਵਰਕਸ਼ੀਟ ਵਿੱਚੋਂ ਸਾਰੇ ਫਿਲਟਰ ਹੀ ਰਿਮੂਵ ਕਰਨਾ ਚਾਹੁੰਦੇ ਹੋ। ਤੁਸੀਂ ਚਾਹੁੰਦੇ ਹੋ ਕਿ ਫਿਲਟਰ ਲਗਾਏ ਸੀ ਉਹ ਸਾਨੂੰ ਫਿਲਟਰ ਨਜ਼ਰ ਨਾ ਆਣ, ਸਾਡਾ ਕੋਈ ਵੀ ਡਾਟਾ ਹਾਈਡ ਹੋਇਆ ਨਾ ਹੋਵੇ, ਸਾਨੂੰ ਸ਼ੋ ਹੋ ਜਾਵੇ। ਤੇ ਉਸ ਕੰਮ ਲਈ ਅਸੀਂ ਕੀ ਕਰ ਸਕਦੇ ਹਾਂ, ਡਾਟਾ ਟੈਬ ਦੇ ਵਿੱਚ ਜਾ ਕੇ ਸੋਰਟ ਐਂਡ ਫਿਲਟਰ ਗਰੁੱਪ ਦੇ ਵਿੱਚੋਂ ਜਸਟ ਤੁਸੀਂ ਇਸ ਫਿਲਟਰ ਆਪਸ਼ਨ ਤੇ ਕਲਿੱਕ ਕਰਨਾ ਹੈ, ਸਾਰੇ ਫਿਲਟਰ ਹਟ ਜਾਣਗੇ, ਸਾਰਾ ਤੁਹਾਡਾ ਹਾਈਡ ਕੀਤਾ ਹੋਇਆ ਡਾਟਾ ਤੁਹਾਨੂੰ ਦੁਬਾਰਾ ਨਜ਼ਰ ਆ ਜਾਵੇਗਾ। फाइंड एंड रिप्लेस एक्सेल विच फाइंड ते रिप्लेस ऑप्शन बेटा बहुत शक्तिशाली टूल है। सम टाइम सानू बहुत जरूरत पैंदी है कि असी एक्सेल विचों बहुत ज़्यादा डाटा पिया होया उहदे विचों कुछ लभना है। हुण एक एक रिकॉर्ड लभना बहुत मुश्किल है। इस काम नूं सौखा करन दे लई अपने कोल किहड़ी ऑप्शन है, फाइंड। किसी टैक्स नूं भी फाइंड कर सकते हो, तुसीं किसी कीमत नूं फाइंड करके उसनूं बदल भी सकते हो। उसनूं आपां की कहंदे आ, रिप्लेस करना। आओ देखते हैं इसनूं किवें वरतना है। सब तो पहले तुसीं की करना है, होम टैब दे एडिटिंग ग्रुप दे विचों फाइंड एंड सिलेक्ट, देखो दूरबीन दा आइकन बनिया होया है, तुसीं इस ते क्लिक करना है। उस तो बाद तुसीं फाइंड ऑप्शन ते क्लिक करना है। जिवें तुसीं इस ऑप्शन ते क्लिक करोगे तुहाडे कोल फाइंड एंड रिप्लेस डायलॉग बॉक्स इस तरीके नाल नजर आवेगा। देखना इसदे दो टैब है बेटा, एक फाइंड है एक रिप्लेस है। हाले आपां सिर्फ फाइंड टैब की गल कर रहे हैं। जिस डाटे नूं लभना है वो असीं डाटा की करांगे, टाइप करांगे। मैं वही एक्सेल दी शीट ते काम कर रहा जो मैं पिछली एग्जांपल च वरती सी। मैं इस दे विच की सर्च करना चाह रहा वां, स्पीकर, यानी कि मैं अपनी एक्सेल शीट विचों सिर्फ वो रिकॉर्ड सर्च करना चाह रहा वां जिन्हां दा ऑर्डर स्पीकर होया होया। इस तो बाद अपने कोल सर्च करने लई होर ऑप्शनस बहुत ज़्यादा हैगियां ने। इस ऑप्शन बटन जिवें ही आपां क्लिक करते हैं अपने कोल सारियां नवीं ऑप्शनस खुल जांदियां ने। ये ऑप्शनस की ने आओ आपां देखते हैं। सब तो पहले बेटा ऑप्शन हैगी है विदिन। विदिन ऑप्शन दे विच की हुंदा है कि तुसीं सर्च कित्थे करना चाहते हो, शीट दे विच सर्च करना चाहते हो या इस ते ड्रॉप डाउन ते क्लिक करके तुसीं देख सकते हो उत्थे वर्कबुक लिखिया हैगा, यानी कि तुसीं सिर्फ अपनी शीट विचों सर्च करना चाहते हो या वर्कबुक दे विच सारी जिन्नियां शीटां हैगियां ने उन्हां विचों सर्च करना चाहते हो। दूसरी ऑप्शन बेटा हैगी है सर्च बाय रोज है, तुसीं इहनूं बाय कॉलम भी सर्च करते हो। बाय डिफॉल्ट इहदे विच रोज जिहड़ा एक्सेल है बाय रोज के अकॉर्डिंग सर्च करता है, तुसीं इहनूं कॉलम के अकॉर्डिंग भी सर्च कर सकते हो। तीसरी ऑप्शन बेटा हैगी है लुक इन। जे तुहाडे फॉर्मूले लगे हुए एक्सेल दे विच ते तुसीं उस फॉर्मूले दे विच कुछ लभना चाहते हो तां तुसीं इस ऑप्शन नूं चूज कर लोगे। मैं जब एक्सेल की करेगा सिर्फ डाटे दे विच ही सर्च करेगा। सॉरी। इस तो बाद बेटा मैच केस। मैच केस की करता है, जे तुसी मैच केस चेकबॉक्स ते टिक किया होया है तां जो तुसी टाइप किया है ते जिस केस दे विच टाइप किया है, यानी कि जे सारे वड्डे अखरां च टाइप किया है तां ये वड्डे अखरां वाला डाटा नूं सर्च करेगा, जे छोटे अखरां च किया है तां छोटे अखरां वाले डाटे नूं सर्च करेगा। जे तुसी मान लो जिवें भी टाइप किया है, जे मान लो एस वड्डा पाया हुंदा ते बाकी अखर छोटे पाए हुंदे तां पूरी एक्सेल दी शीट विचों सिर्फ इन्ने उही मैच केस करके ही डाटे नूं सर्च करना सी, बाकी केस दे डाटे नूं इन्ने सर्च नहीं करना सी। इस तो बाद बेटा ऑप्शन हैगी है मैच एंटायर सेल कंटेंट। मैच एंटायर सेल कंटेंट का मतलब की है कि जिस सेल विच सिर्फ स्पीकर लिखिया होया है ये उही सर्च करेगा, जे स्पीकर तो इलावा कुछ होर लिखिया होया है, मान लो इहदे विच लिखिया हुंदा किसी सेल विच लिखिया होया ब्लूटूथ स्पीकर, लेकिन मैं की सर्च कर रहा हां स्पीकर, ते ये जे मैं चेकबॉक्स टिक किया होया है तां ये ब्लूटूथ स्पीकर वाले रिजल्ट नूं फाइंड नहीं करेगा, सिर्फ सेल जिन्हां विच स्पीकर लिखिया होया है उही रिजल्ट मैनूं फाइंड करके देवेगा। इस तो बाद ਜਦੋਂ ਤੁਸੀਂ ਆਪਣੀ ਸਾਰੇ ਆਪਸ਼ਨਸ ਟਿਕ ਕਰ ਲਿਆ, ਤੁਹਾਨੂੰ ਜੋ ਜੋ ਚਾਹੀਦਾ ਹੈਗਾ ਹੈ ਉਸ ਤੋਂ ਤੁਸੀਂ ਜਿਵੇਂ ਹੀ ਫਾਈਂਡ ਨੈਕਸਟ ਬਟਨ ਤੇ ਕਲਿੱਕ ਕਰੋਗੇ ਉਹ ਉਸ ਸੈੱਲ ਵਿੱਚ ਜਿਹੜਾ ਡਾਟਾ ਮੈਚ ਕਰ ਰਿਹਾ ਹੈ ਉਸ ਨੂੰ ਹਾਈਲਾਈਟ ਕਰ ਦੇਵੇਗਾ। ਤੁਸੀਂ ਜੇ ਐਕਸਲ ਦੇ ਵਿੱਚ ਜ਼ਿਆਦਾ ਡਾਟਾ ਹੈ, ਬਹੁਤ ਸਾਰੇ ਆਪਣੇ ਕੋਲ ਰਿਕਾਰਡ ਹੋ ਸਕਦੇ ਹੈ, ਜੇ ਤੁਸੀਂ ਸਾਰੇ ਹੀ ਇੱਕੋ ਦਮ ਲੱਭਣਾ ਚਾਹੁੰਦੇ ਹੋ
ਤਾਂ ਫਾइंड ऑल ਆਪਸ਼ਨ ਤੇ ਵੀ ਕਲਿੱਕ ਕਰ ਸਕਦੇ ਹੋ। ਇਸ ਫਾइंड ऑल ਆਪਸ਼ਨ ਤੇ ਕਲਿੱਕ ਕਰੋਗੇ ਤਾਂ ਸਾਰੇ ਜਿੰਨੇ ਵੀ ਰਿਕਾਰਡ ਸਰਚ ਕਰੇਗਾ ਐਕਸਲ ਉਹ ਸਾਰਿਆਂ ਨੂੰ ਇੱਥੇ ਲਿਸਟ ਬਣਾ ਕੇ ਤੁਹਾਡੇ ਡਾਇਲੌਗ ਬਾਕਸ ਦੇ ਵਿੱਚ ਦਿਖਾ ਦੇਗਾ। ਇਸ ਤੋਂ ਬਾਅਦ ਜੇ ਤੁਹਾਡੀ ਸਰਚ ਅਨੁਸਾਰ ਤੁਹਾਨੂੰ ਡਾਟਾ ਮਿਲ ਗਿਆ ਹੈ ਤਾਂ ਤੁਸੀਂ ਕਲੋਜ਼ ਬਟਨ ਤੇ ਕਲਿੱਕ ਕਰਕੇ ਆਪਣੀ ਸਰਚ ਨੂੰ ਕਲੋਜ਼ ਕਰ ਸਕਦੇ ਹੋ। ਇਸ ਤੋਂ ਬਾਅਦ ਬੇਟਾ ਹੈ डाटा रिप्लेस करना। रिप्लेस करने तो भाव वर्कशीट विच किसी डाटे नू अपनी जरूरत अनुसार बदलना। बेटा कई बार अपने को शीट विच डाटा बहुत सारा होंदा है ते एक एक सैल दे डाटे नू बदलना बहुत मुश्किल है। उस टाइम ते अपनी ये ऑप्शन बहुत मदद करती है कि इको टाइम ते जिहड़ा तुसी डाटा बदलना चाहते हो तुसी उसनू रिप्लेस ऑप्शन की मदद नाल सारे सैलों का डाटा इको वारी या एक एक सैल का डाटा वारी वारी करके भी बदल सकते हो। आओ देखते हैं रिप्लेस ऑप्शन को किवें वरतना है। सब तो पहले होम टैब के ग्रुप विचों फाइंड एंड सिलेक्ट की चोन करनी है। आ बेटा देख ले गए हो फाइंड एंड सिलेक्ट की अगे भी आपां देखिए इहदे विच फाइंड जिहड़ा आपां पिछला टॉपिक कीता है फाइंड सर्च करना कुछ। उस तो बाद अपने को दूसरी ऑप्शन है बेटा रिप्लेस। तुसी इहनूं कीबोर्ड दे कंट्रोल जमा एच शॉर्टकट नाल भी खोल सकते हो। जे तुसी कंट्रोल जमा एफ करोगे तो फाइंड वाला खुलेगा, जे कंट्रोल जमा एच करोगे तो रिप्लेस वाला टैब बाय डिफॉल्ट खुलेगा। तुसी देखोगे फाइंड एंड रिप्लेस डायलॉग बॉक्स चित्र के अनुसार नीचे खुल जाएगा। इस दे विच तुसी जो सर्च करना चाहते हो वो फाइंड वट बॉक्स दे विच एंटर करना है। मैं स्पीकर सर्च करना चाहता हाँ इसलिए मैंने इसकी टाइप किया है स्पीकर। इस तो बाद अगेन अपने को सेम ऑप्शन सारियां जो आप फाइंड विच कीते हैं सी ऑप्शन बटन हैगा है जिवें तुसी इस ते क्लिक करोगे तो अपने को ऑप्शंस खुल जाएंगे। इस तो बाद जो जरूरी काम है वो हैगा रिप्लेस विद। तुसी इस स्पीकर टैक्सट नू किस टैक्सट दे नाल रिप्लेस करना चाहते हो वो इस सैल दे विच इस बॉक्स दे विच तुसी एंटर करना। यानी कि जिथे जिथे मेरे एक्सेल शीट विच स्पीकर लिखा होया है मैं उसनू ब्लूटूथ स्पीकर दे नाल रिप्लेस करना चाहता। तुसी ऑप्शन दे क्लिक करके बाकी ऑप्शन अपनी जरूरत के अनुसार वर सकते हो। ये सारी ऑप्शन आप फाइंड ऑप्शन दे विच भी समझिया सीगियां, ये सारे ऑप्शन सेम हैं। जदों तुसी फाइंड नेक्स्ट ते क्लिक करोगे वर्कशीट विच पे डाटे विचों सारी एंट्री लभण लई फाइंड ऑल ते भी क्लिक कर सकते हो। जे मान लो तुसी सारी एंट्रियां नूं ही लभना चाहते हो तो फाइंड ऑल ते क्लिक कर दो। जे तुसी एक एक करके रिप्लेस करना चाहते हो तो तुसी फाइंड नेक्स्ट ऑप्शन की वरतों कर सकते हो। जदों तुहानूं ऑप्शन मिल जाती है तो तुहानूं रिकॉर्ड मिल जाता है तुसी किस ते क्लिक करना है रिप्लेस बटन ते क्लिक करना है। रिप्लेस बटन ते क्लिक करना की होएगा जिहड़ी तुहानूं एंट्री सर्च हुई है उस एंट्री विचों उस स्पीकर नूं बदल के ब्लूटूथ स्पीकर कर देगा ते अगली एंट्री ते चला जाएगा। जे तुसी सारियां ही एंट्रियां नूं इक्को वारी विच ही बदलना चाहते हो तो रिप्लेस ऑल बटन ते क्लिक करो ते जिवें ही तुसी इस ते क्लिक करोगे डायलॉग बॉक्स खुलेगा ते पुष्टि करेगा कि सारे इन्नी अपने को रिप्लेसमेंट होईयां ने ते उस तो बाद तुसी ओके टाइप करके अपना क्लोज कर सकते हो। आओ आप थोड़ी जी अभ्यास डिस्कस करते हैं। इस दे नाल अपना चैप्टर खत्म है। हुण मैं उम्मीद करदा हां कि तुहानूं चैप्टर बहुत अच्छे तरीके नाल समझ आया होएगा ते उम्मीद करदा हां कि तुसी इसनूं बड़े ध्यान नाल पढ़ोगे ते बहुत कुछ सीखोगे भी। अभ्यास दे विच आओ आपां करदे हां खाली थावां। एक एक्सेल वर्कबुक विच डैश हुंदियां हन। की हुंदियां ने बेटा वर्कशीटां। वेरी गुड। सैल दी असल कीमत डैश बार विच नजर आती है। किहड़ी बार विच नजर आती है फार्मूला बार दे विच नजर आती है। सैल दे विच तां डाटा नजर आंदा है किहड़ी बार च नजर आती है फार्मूला बार दे विच। डैश फॉर्मैटिंग नूं असीं अपनी जरूरत अनुसार किसी सैल उत्ते एक जां एक तो वध नियम लगा के लागू कर सकते हैं। कंडीशनल फॉर्मैटिंग नूं बेटा आपां देखिया सी पहले लैक्चर दे विच कंडीशनल फॉर्मैटिंग की हुंदी है। तुसीं किसी कंडीशन के आधार ते तुसीं अपने सैल्लां ते की कर सकते हो फॉर्मैटिंग कर सकते हो। ज्यादा कंडीशन भी लगा सकते हो एक कंडीशन भी लगा सकते हो। फॉर्मेट कमांड डैश टैब विच हुंदी है। ये तो बेटा बहुत बारी पढ़िया आपां किहड़े कमांड किहड़े टैब च हुंदी है होम टैब च हुंदी है। सारे फार्मूले डैश चिन्ह नाल शुरू होने चाहिए हैं। किहड़े चिन्ह नाल शुरू होंदे ने बराबर दे चिन्ह नाल। सारे फार्मूले ही नहीं बेटा सारे फंक्शन भी बराबर निशान नाल ही की हुंदे ने शुरू हुंदे हैं।
ਵਰਕਸ਼ੀਟ ਵਿੱਚ ਲਿਖੇ ਡਾਟੇ ਨੂੰ ਡੈਸ਼ ਦੀ ਮਦਦ ਨਾਲ ਇੱਕ ਕ੍ਰਮ ਵਿੱਚ ਅਰੇਂਜ ਕੀਤਾ ਜਾ ਸਕਦਾ ਹੈ। ਡਾਟੇ ਨੂੰ ਅਰੇਂਜ ਕਰਨ ਲਈ ਕਿਹੜੀ ਆਪਸ਼ਨ ਹੈ ਬੇਟਾ ਆਪਣੇ ਕੋਲ? ਸੋਰਟਿੰਗ। ਤੁਸੀਂ ਸੋਰਟਿੰਗ ਨਾਲ ਡਾਟੇ ਨੂੰ ਅਸੈਂਡਿੰਗ ਆਰਡਰ 'ਚ ਵੀ ਕਰ ਸਕਦੇ ਹੋ, ਡਿਸੈਂਡਿੰਗ ਆਰਡਰ 'ਚ ਵੀ ਕਰ ਸਕਦੇ ਹੋ। ਸੋਰਟ ਐਂਡ ਫਿਲਟਰ ਕਮਾਂਡ ਡੈਸ਼ ਟੈਬ ਵਿੱਚ ਉਪਲਬਧ ਹੈ। ਬੇਟਾ ਇਹ ਹੋਮ ਟੈਬ ਵਿੱਚ ਵੀ ਹੈ ਅਤੇ ਡਾਟਾ ਟੈਬ ਦੇ ਵਿੱਚ ਵੀ ਹੈ। ਸਹੀ ਜਾਂ ਗਲਤ? ਆਓ ਦੇਖਦੇ ਹਾਂ ਇਸ ਚੈਪਟਰ ਦੇ ਸਹੀ ਗਲਤ। ਇੱਕ ਫੰਕਸ਼ਨ ਪਹਿਲਾਂ ਤੋਂ ਹੀ ਪਰਿਭਾਸ਼ਿਤ ਫਾਰਮੂਲਾ ਹੁੰਦਾ ਹੈ। ਬਿਲਕੁਲ ਸਹੀ ਹੈ ਬੇਟਾ। ਫੰਕਸ਼ਨ ਕੀ ਹੁੰਦਾ ਹੈ? ਪਹਿਲਾਂ ਤੋਂ ਪਰਿਭਾਸ਼ਿਤ ਫਾਰਮੂਲਾ ਹੁੰਦਾ ਹੈ ਤਾਂ ਕਿ ਆਪਣਾ ਟਾਈਮ ਬਚ ਸਕੇ, ਇਸ ਲਈ ਆਪਾਂ ਫੰਕਸ਼ਨ ਦੀ ਵਰਤੋਂ ਜ਼ਿਆਦਾ ਕਰਦੇ ਹਾਂ। ਚਿੰਨ੍ਹ x ਦੀ ਵਰਤੋਂ ਗੁਣਾ ਕਰਨ ਲਈ ਕੀਤੀ ਜਾਂਦੀ ਹੈ। ਬਿਲਕੁਲ ਗਲਤ। ਆਪਾਂ ਬੇਟਾ ਐਸਟਰਿਸਕ ਦੀ ਵਰਤੋਂ ਕਰਦੇ ਹਾਂ ਗੁਣਾ ਕਰਨ ਦੇ ਲਈ। ਆਪਾਂ ਪੜਿਆ ਸੀਗਾ ਇਹ x ਦੀ ਵਰਤੋਂ ਮੈਥ ਦੇ ਵਿੱਚ ਹੁੰਦੀ ਹੈ, ਲੇਕਿਨ ਐਕਸਲ ਦੇ ਵਿੱਚ ਆਪਾਂ ਕਿਹੜਾ ਵਰਤਦੇ ਹਾਂ? ਐਸਟਰਿਸਕ ਸਾਈਨ ਵਰਤਦੇ ਹਾਂ, ਇਸ ਦੀ ਵਰਤੋਂ ਨਹੀਂ ਹੁੰਦੀ। ਫਾਰਮੂਲਾ ਇੱਕ ਸਾਰਣੀ ਹੁੰਦਾ ਹੈ ਜੋ ਗਣਨਾ ਕਰਦਾ ਹੈ। ਬਿਲਕੁਲ ਸਹੀ ਹੈ ਬੇਟਾ। ਫਾਰਮੂਲੇ ਦੇ ਵਿੱਚ ਇੱਕ ਪ੍ਰੋਪਰ ਸਾਰਣੀ ਬਣੀ ਹੁੰਦੀ ਹੈ ਜਿਸ ਦੇ ਅਕੋਰਡਿੰਗ ਐਕਸਲ ਕੀ ਕਰਦਾ ਹੈ? ਫਾਰਮੂਲੇ ਨੂੰ ਕੈਲਕੂਲੇਟ ਕਰਦਾ ਹੈ। ਹਰੇਕ ਫੰਕਸ਼ਨ ਦਾ ਇੱਕ ਖਾਸ ਕ੍ਰਮ ਹੁੰਦਾ ਹੈ ਜਿਸ ਨੂੰ ਸਿੰਟੈਕਸ ਕਿਹਾ ਜਾਂਦਾ ਹੈ। ਬਿਲਕੁਲ ਸਹੀ। ਫੰਕਸ਼ਨ ਦਾ ਇੱਕ ਕ੍ਰਮ ਹੈ। ਸਭ ਤੋਂ ਪਹਿਲੇ ਬਰਾਬਰੀ ਦਾ ਨਿਸ਼ਾਨ ਆਉਂਦਾ ਹੈ, ਫਿਰ ਫੰਕਸ਼ਨ ਦਾ ਨਾਮ ਆਉਂਦਾ ਹੈ, ਫਿਰ ਬ੍ਰੈਕਟ ਦੇ ਵਿੱਚ ਆਪਾਂ ਆਰਗੂਮੈਂਟ ਪਾਸ ਕਰਦੇ ਹਾਂ। ਇਸ ਨੂੰ ਆਪਾਂ ਕੀ ਕਹਿੰਦੇ ਆ? ਸਿੰਟੈਕਸ ਕਹਿੰਦੇ ਆ ਬੇਟਾ। ਫਿਲਟਰ ਲਿਸਟ ਵਿੱਚੋਂ ਖਾਸ ਸੂਚਨਾ ਨੂੰ ਲੱਭਦਾ ਹੈ। ਬਿਲਕੁਲ ਸਹੀ। ਇਸੇ ਲੈਕਚਰ ਦੇ ਵਿੱਚ ਪੜਿਆ ਆਪਾਂ ਫਿਲਟਰ ਕੀ ਹੁੰਦੇ ਆ। ਫਿਲਟਰ ਦਾ ਕੀ ਕੰਮ ਹੈ? ਖਾਸ ਸੂਚਨਾ ਨੂੰ ਲੱਭਣਾ। ਇਸ ਦੇ ਨਾਲ ਬੇਟਾ ਆਪਣਾ ਇਹ ਚੈਪਟਰ ਕੰਪਲੀਟ ਹੋ ਗਿਆ ਹੈ। ਜਿਹੜੇ ਪ੍ਰਸ਼ਨ ਨੇ ਤੁਸੀਂ ਆਪ ਖੁਦ ਸੋਲਵ ਕਰਨੇ ਨੇ। ਜੇ ਤੁਹਾਨੂੰ ਕਿਸੇ ਪ੍ਰਸ਼ਨ ਨੂੰ ਹੱਲ ਕਰਨ 'ਚ ਕੋਈ ਦਿੱਕਤ ਆਉਂਦੀ ਹੈ ਤਾਂ ਤੁਸੀਂ ਆਪਣੇ ਕਲਾਸ ਟੀਚਰ ਤੋਂ, ਆਪਣੇ ਕੰਪਿਊਟਰ ਅਧਿਆਪਕ ਤੋਂ ਮਦਦ ਲੈ ਸਕਦੇ ਹੋ। ਮੈਂ ਉਮੀਦ ਕਰਦਾ ਕਿ ਤੁਹਾਨੂੰ ਚੈਪਟਰ ਬਹੁਤ ਵਧੀਆ ਸਮਝ ਆਇਆ ਹੋਵੇਗਾ। ਜੇ ਕੋਈ ਵੀ ਡਾਊਟ ਹੈ ਤਾਂ ਤੁਸੀਂ ਆਪਣੇ ਕੰਪਿਊਟਰ ਟੀਚਰ ਤੋਂ ਬੜੀ ਆਸਾਨੀ ਨਾਲ ਪੁੱਛ ਕੇ ਉਹਨੂੰ ਹੱਲ ਕਰ ਸਕਦੇ ਹੋ। ਧੰਨਵਾਦ। ਥੈਂਕ ਯੂ।